ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹਲਾ ਨੌਵੇਂ ਕੇ ਸ਼ਲੋਕ 45ਵਾਂ। ਸੁਆਮੀ ਕੋ ਗ੍ਰਹਿ ਜੂ ਸਦਾ, ਸੁਆਨ ਤਜਤ ਨਹੀਂ ਨਿਤ। ਨਾਨਕ ਏ ਬਿਦ ਹਰਿ ਭਜੋ, ਇਕ ਮਨ ਹੋਏ ਇਕ ਚਿਤ। ਸੁਆਮੀ ਕੋ ਗ੍ਰਹਿ ਜਿਉ ਸਦਾ, ਸੁਆਨ ਤਜਤ ਨਹੀਂ ਨਿਤ। ਨਾਨਕ ਏ ਬਿਦ ਹਰਿ ਭਜੋ, ਇਕ ਮਨ ਹੋਏ ਇਕ ਚਿਤ। ਸਤਿਗੁਰੂ ਸਮਝਾਉਂਦੇ ਆ ਭਾਈ ਨੌਵੇਂ ਪਾਤਸ਼ਾਹ। ਆਪਾਂ ਲੜੀਵਾਰ ਨੌਵੇਂ ਪਾਤਸ਼ਾਹ ਦੇ ਜਿਹੜੇ ਸ਼ਲੋਕ ਨੇ ਉਹ ਆਪਾਂ ਕਰ ਰਹੇ ਹਾਂ। ਜਿੰਨੇ ਕੁਦਰਤ ਨੇ ਆਪਾਂ ਨੂੰ ਹੁਕਮ ਨੇ ਭਾਵ ਕਿਰਪਾ ਕੀਤੀ ਆ, ਬਖਸ਼ਿਸ਼ ਹੋਈ ਆ ਹਰ ਦੀ, ਉਹਨਾਂ ਕੁ ਆਪਾਂ ਵਿਚਾਰ ਕੇ ਸੰਗਤ ਨੂੰ ਸਮਝਾ ਰਹੇ ਹਾਂ। ਇਹਨੂੰ ਬਹੁਤ ਹੀ ਗੰਭੀਰਤਾ ਨਾਲ ਵਿਚਾਰਨਾ ਵਾ। ਫਿਰ ਕਿਤੇ ਜਾ ਕੇ ਸਾਨੂੰ ਇਹ ਸਮਝ ਆਉਣੀ ਆ, ਫਿਰ ਕਿਤੇ ਸਾਡਾ ਸੰਸਾਰ ਚੋਂ ਛੁਟਕਾਰਾ ਹੋਣਾ। ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ, ਭਗਤ ਗੁਰੂ ਸਾਹਿਬਾਨਾਂ ਨੇ ਅਨੇਕਾਂ ਉਪਦੇਸ਼ ਦੇ ਕੇ ਮਾਇਆ ਦੇ ਆਪਾਂ ਨੂੰ ਸਮਝਾਇਆ ਵਾ। ਸੰਸਾਰ ਨੂੰ ਚੌਂ ਵਰਨਾ ਕੋ ਉਪਦੇਸ਼ ਸਾਂਝਾ, ਜੋ ਜੋ ਜਪੇ ਤਿਸ ਕੀ ਗਤ ਹੋਏ। ਚਾਰੇ ਵਰਨਾਂ ਨੂੰ ਸਾਂਝਾ ਉਪਦੇਸ਼ ਹੈ, ਆਤਮ ਉਪਦੇਸ਼ ਹੈ। ਜੋ ਜਪੂਗਾ ਸਮਝੂਗਾ ਇਹਨੂੰ, ਉਹਦੀ ਗਤੀ ਹੋਊਗੀ। ਜਿੰਨੇ ਪਿੱਛੇ ਅਸੀਂ ਧਰਮ ਕਰਦੇ ਆਏ ਆ ਔਰ ਕਰਦੇ ਰਹਾਂਗੇ, ਜੋ ਪ੍ਰਚਲਿਤ ਚੱਲ ਰਹੇ ਨੇ, ਉਹ ਸਾਰੇ ਜਿੰਨੇ ਵੀ ਨੇ ਮਾਨਵ ਸੋਚ ਹੈ। ਫਾਸਨ ਕੀ ਬਿਦ ਸਭ ਕੋ ਜਾਣੇ, ਛੁੱਟਣ ਕੀ ਇੱਕ ਕੋਈ। ਫਸਣ ਦੀ ਤਾਂ ਆਪਾਂ ਜਾਣਦੇ ਹੀ ਆ, ਉਹਦੇ ਬਾਰੇ ਕੀ ਵਿਚਾਰ ਕਰਨੀ ਹੈ, ਕਰਦੇ ਹੀ ਆਏ ਆ ਆਪਾਂ। ਛੁੱਟਣਾ ਕਿਵੇਂ ਆ, ਉਹ ਗੁਰਬਾਣੀ ਦੇ ਰਾਹੀਂ ਆਪਾਂ ਨੂੰ ਪਤਾ ਲੱਗੂਗਾ। ਕਿਵੇਂ ਇੱਕ ਨਾਲ ਜੁੜਿਆ ਜਾਵੇ, ਇੱਕ ਨੂੰ ਕਿਵੇਂ ਸਮਝਿਆ ਜਾਵੇ। ਬਾਣੀ ਇੱਕ ਦਾ ਗਿਆਨ ਕਰਾਉਂਦੀ ਹੈ। ਇਹ ਜੁਗਮੇ ਏਕੇ ਕੋ ਆਇਆ ਜਨਮਤ, ਮੋਹਿਆ ਮੋਹਣੀ ਮਾਇਆ। ਮਾਇਆ ਨੇ ਮੋਹ ਲਿਆ, ਮਾਇਆ ਦੇ ਰਿਸ਼ਤੇ ਪੈ ਗਏ ਆਪਣੇ। ਇੱਕ ਹੋਣ ਆਏ ਸੀ, ਹੁਣ ਇੱਕ ਕਿਵੇਂ ਹੋਵਾਂਗੇ, ਉਹੀ ਸਤਿਗੁਰ ਸਮਝਾਉਂਦੇ ਨੇ। ਨਾਨਕ ਏ ਬਿਦ ਹਰਿ ਭਜੋ, ਕਿਵੇਂ ਜੁੜਿਆ ਜਾਵੇ। ਜਿੰਨੇ ਵੀ ਧਰਮ ਉਪਦੇਸ਼ ਕਰਨ ਵਾਲੇ ਨੇ, ਜਿੰਨੇ ਵੀ ਪ੍ਰਚਾਰਕ ਨੇ, ਉਹ ਆਪਦੀ ਮੱਤ ਨਾਲ ਗੁਰਬਾਣੀ ਨੂੰ ਅਰਥਾ ਰਹੇ ਨੇ। ਆਪਣੀ ਮੱਤ ਦਾ ਵਿਸ਼ਾ ਨਹੀਂ ਹੈਗਾ ਇਹ। ਆਪਣੀ ਬੁੱਧੀ ਨਾਲ ਆਪਾਂ ਇਹਨੂੰ ਅਰਥਾ ਦਈਏ, ਫਿਰ ਆਪਣੇ ਔਰ ਗੁਰੂ ਸਾਹਿਬਾਨਾਂ 'ਚ ਕੀ ਫਰਕ ਰਹਿ ਗਿਆ। ਆਪਾਂ ਮ੍ਰਿਤ ਲੋਕ 'ਚ ਬੈਠੇ ਹਾਂ, ਕਾਲਪਨਿਕ ਜੀਵ ਹੈ, ਕਲਪਨਾ ਕਰਦੇ ਰਹਿੰਦੇ ਹਾਂ। ਉਹ ਸੱਚਖੰਡ ਵਾਸੀ ਨੇ, ਅਤੇ ਫਿਰ ਕਿੱਥੇ ਮੇਲ ਹੋਊਗਾ ਆਪਣਾ। ਤਾਂਹੀਓ ਅਸੀਂ ਭਟਕੀਆਂ ਹੋਈਆਂ ਗੱਲਾਂ ਕਰੀ ਜਾਂਦੇ ਹਾਂ। ਰੱਬ ਦਾ ਧਿਆਨ ਰੱਖੋ ਜੀ, ਰੱਬ ਨਾਲ ਧਿਆਨ ਲਾਓ। ਉਹ ਤਾਂ ਸਾਡਾ ਧਿਆਨ ਰੱਖਦਾ ਹੈ। ਨਾਨਕ ਜੰਤ ਉਪਾਏ ਕੇ ਸੰਭਾਲੇ ਸਭਨਾ, ਸਾਰਿਆਂ ਦੀ ਸੰਭਾਲ ਕਰਦਾ। ਚਾਰੇ ਖਾਣੀਆਂ 'ਚ ਜੀਵਾਤਮਾ ਘੁੰਮਦੀ ਆਉਂਦੀ ਆ, ਸਾਰੇ ਪਾਸੇ ਖਿਆਲ ਰੱਖਦਾ, ਸਰਬ ਵਿਆਪੀ ਆ ਉਹ। ਆਪਾਂ ਖਿਆਲ ਕੀ ਰੱਖਣਾ ਵਾ, ਆਪਾਂ ਇਹ ਧਿਆਨ ਰੱਖਣਾ ਵਾ ਵੀ ਉਹਦੇ ਨਾਲੋਂ ਅਸੀਂ ਟੁੱਟੀਏ ਨਾ, ਇਹ ਧਿਆਨ ਰੱਖਣਾ ਵਾ। ਸਾਡਾ ਜਿਹੜਾ ਧਿਆਨ ਹੈ, ਗਿਆਨ ਨਾਲ ਧਿਆਨ ਬਣਨਾ ਵਾ, ਉਹਦੇ ਨਾਲ ਜੁੜੇ ਰਹੀਏ। ਉਹ ਕਿਹੜੀ ਵਿਧੀ ਆ, ਉਹੀ ਤਾਂ ਬਾਣੀ ਆ। ਇੱਕ ਅਸੀਂ ਹੋਏ ਨਹੀਂ, ਕਿਵੇਂ ਜੁੜੇ ਰਹਾਂਗੇ ਉਹਦੇ ਨਾਲ, ਕਿਵੇਂ ਧਿਆਨ ਲੱਗੂ। ਹਲੇ ਗਿਆਨ ਹੀ ਨਹੀਂ ਹੋਇਆ। ਉਹ ਧਿਆਨ ਦਾ ਵਿਸ਼ਾ, ਧਿਆਨ ਦੀ ਦੁਨੀਆ ਵਾ। ਹਲੇ ਤਾਂ ਅਸੀਂ ਗਿਆਨ ਦੀ ਦੁਨੀਆ, ਧਰਮ 'ਚ ਹੀ ਨਹੀਂ ਆਏ ਹੈਗੇ। ਜਿਹੜੇ ਅਸੀਂ ਸੰਸਾਰੀ ਧਰਮ ਮੰਨੀ ਬੈਠੇ ਹਾਂ, ਇਹ ਤਾਂ ਸਾਰੇ ਹੀ ਸਰੀਰ ਕਰਕੇ ਧਰਮ ਕਰਮ ਨੇ। ਇਹ ਤਾਂ ਸਰੀਰ ਦੇ ਨਾਲ ਹੀ ਸਮਾਪਤ ਹੋ ਜਾਂਦੇ ਨੇ। ਸਹਿਜ ਸਿਆਣ ਭਾਵੇਂ ਲੱਕ ਹੋਏ ਤਾਂ ਇੱਕ ਨਾ ਚੱਲੇ, ਨਾਲ ਇੱਕ ਨਹੀਂ ਚੱਲਦੀ। ਜਦੋਂ ਕਾਲ ਆਉਂਦਾ ਵਾ, ਰਾਜਾ ਪ੍ਰਜਾ ਸ਼ੰਕਰ ਮਾਰੇ, ਐਸੋ ਕਾਲ ਵਡਾਨੀ ਰੇ ਭਾਈ। ਇੱਥੇ ਸਤਿਗੁਰ ਸਮਝਾਉਂਦੇ ਨੇ, ਸੁਆਮੀ ਕੋ ਗ੍ਰਹਿ ਜਿਉ ਸਦਾ, ਸੁਆਨ ਤਜਤ ਨਹੀਂ ਨਿਤ। ਜਿਵੇਂ ਸੂਕਰ ਕੁੱਤਾ, ਸੂਕਰ ਸੂਰ ਦੀ ਮਿਸਾਲ ਦਿੱਤੀ ਆਪਾਂ ਨੂੰ। ਸੁਭਾਅ ਦੀ ਗੱਲ ਕਹੀ ਹੈ ਬਾਣੀ ਨੇ ਅਨੇਕਾਂ ਉਪਦੇਸ਼ ਦੇ ਕੇ, ਵੀ ਜੇ ਤੂੰ ਭਾਈ ਇਹੋ ਜਿਹੇ ਕਰਮ ਕਰਦਾ, ਫਿਰ ਤੇਰਾ ਕੁੱਤੇ ਵਰਗਾ ਸੁਭਾਅ ਆ ਜਾਂ ਸੂਕਰ ਵਰਗਾ ਸੁਭਾਅ। ਪਰ ਇੱਥੇ ਸਤਿਗੁਰੂ ਸਮਝਾਉਂਦੇ ਨੇ ਵੀ ਤੇਰਾ ਧਿਆਨ ਜਿਹੜਾ ਹੈਗਾ ਵਾ, ਇਹ ਐਂ ਚਾਹੀਦਾ ਜਿਵੇਂ ਆਪਾਂ ਕੁੱਤੇ ਨੂੰ ਘਰ 'ਚ ਪਾਲ ਲੈਂਦੇ ਹਾਂ, ਜਾਂ ਉਹਨੂੰ ਪੱਟਾ ਪਾ ਲੈਂਦੇ ਹਾਂ, ਜਾਂ ਉਹਨੂੰ ਸੰਗਲੀ ਪਾ ਲੈਂਦੇ ਹਾਂ। ਜਿਵੇਂ ਵੀ ਆਪਾਂ ਰੱਖਦੇ ਹਾਂ, ਫਿਰ ਉਹ ਘਰ ਨਾਲ ਪ੍ਰੇਮ ਕਰਨ ਲੱਗ ਜਾਂਦਾ ਵਾ। ਇਵੇਂ ਇਹਦੀ ਮਿਸਾਲ ਦੇ ਕੇ ਆਪਾਂ ਨੂੰ ਸਮਝਾਇਆ ਸਤਿਗੁਰਾਂ ਨੇ ਵੀ ਤੁਸੀਂ ਐਂ ਪ੍ਰੇਮ ਕਰਨਾ ਜਿਵੇਂ ਉਹ ਮਾਲਕ ਦਾ ਘਰ ਨਹੀਂ ਛੱਡਦਾ।
ਇੱਕ ਨੇ ਮਨ ਨੂੰ ਇਹ ਬੰਨ੍ਹ ਕੇ ਰੱਖਣਾ ਵਾ ਪੱਟੇ ਨਾਲ। ਕਿਵੇਂ ਬੰਨੀਏ? ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰ ਬਿਨ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ, ਗਿਆਨ ਤੋਂ ਬਿਨਾਂ ਮਨ ਨੇ ਨਹੀਂ ਟਿਕਣਾ ਹੈਗਾ। ਉਹੀ ਪੱਟਾ ਪਾਉਣਾ ਭਾਈ ਆਪਾਂ ਇਹਦੇ। ਪ੍ਰਭ ਕੇ ਸਿਮਰਨ ਜਪ ਤਪ ਪੂਜਾ। ਸਿਮਰਨ ਤੋਂ ਭਾਵ ਸੋਝੀ ਸੁਖਣੀ ਸਭ ਸਤਿਗੁਰਾਂ ਨੇ ਸਮਝਾਇਆ। ਤਪ ਮਨ ਨੂੰ ਘੂਰ ਕੇ ਰੱਖਣਾ ਉਹੀ ਵਿਧੀ ਹੈ। ਇਹ ਜੁਗਮੇ ਇੱਕੇ ਕੋ ਆਇਆ, ਜਨਮਤ ਮੋਇਆ ਮੋਹਣੀ ਮਾਇਆ। ਬਾਣੀ ਸਾਨੂੰ ਇੱਕ ਕਰਦੀ, ਇੱਕ ਦਾ ਗਿਆਨ ਦਿੰਦੀ। ਇੱਕ ਹੁਣ ਇਹ ਜੀਵ ਆਇਆ ਜਿੱਥੇ ਅਸੀਂ ਬੈਠੇ ਹਾਂ, ਇਹ ਮ੍ਰਿਤ ਲੋਕ ਹੈ। ਇਹ ਛੱਡਣਾ ਪੈਣਾ ਸਾਨੂੰ। ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈ। ਬਾਣੀ ਮਾਈ ਨੇ ਜੀਵਨ ਸਾਜਣਾ। ਉਹੀ ਸਤਿਗੁਰ ਸਮਝਾ ਰਹੇ ਨੇ ਵੀ ਭਾਈ ਜਿਵੇਂ ਕੁੱਤਾ ਆਪਦੇ ਮਾਲਕ ਦਾ ਘਰ ਨਹੀਂ ਛੱਡਦਾ, ਇਵੇਂ ਮਨ ਬੁੱਧੀ ਜਦੋਂ ਗੁਰ ਸ਼ਬਦ ਦਾ ਗਿਆਨ ਹੋ ਜਾਂਦਾ ਫਿਰ ਆਪਦੇ ਮੂਲ ਹਰ ਨੂੰ ਨਹੀਂ ਛੱਡਦੇ। ਫਿਰ ਹਰ ਦੇ ਗੁਣ ਗਾਉਂਦੇ ਨੇ। ਪ੍ਰਭ ਕੇ ਸਿਮਰਨ ਹਰ ਗੁਣ ਬਾਣੀ। ਉਹ ਜਿਨ੍ਹਾਂ ਨੂੰ ਸਿਮਰਨ ਪ੍ਰਾਪਤ ਹੋ ਜਾਂਦਾ ਇਹ ਵਿਧੀ ਨਾਲ ਇੱਕ ਹੋ ਜਾਂਦੇ ਨੇ ਆਪਦੇ ਹਰ ਮੂਲ ਨਾਲ। ਉਹੀ ਹਰ ਦੇ ਗੁਣ ਗਾਉਣਗੇ। ਸਾਨੂੰ ਤਾਂ ਹਰ ਦਾ ਹੀ ਦਰਸ਼ਨ ਨਹੀਂ ਹੋਇਆ ਹਲੇ। ਬਾਣੀ ਹਰ ਕਥਾ ਹੈ, ਹਰ ਦਰਸ਼ਨ ਹੈ। ਸਭ ਤੋਂ ਉੱਤਮ ਹਰ ਕੀ ਕਥਾ ਹੈ। ਹਰ ਕੀ ਕਥਾ ਹੈ ਜਿਹੜੇ ਸੁਣਨਗੇ ਅਮਰ ਹੋ ਜਾਣਗੇ। ਪਰ ਇਹ ਵਿਧੀ ਸਮਝਾਈ ਗਈ ਹੈ। ਬਾਣੀ ਮਨ ਨੂੰ ਵਸ ਕਰਨ ਦੀ ਵਿਧੀ ਹੈ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਈ। ਮਨ ਨੂੰ ਸਾਧੇ ਤੋਂ ਬਿਨਾਂ ਕਾਰਜ ਸਿਰੇ ਚੜੇ ਕਦੇ ਵੀ ਨਹੀਂ ਹੋ ਸਕਦਾ। ਜਦੋਂ ਮਨ ਅਸੀਂ ਸਾਧ ਲੈਂਦੇ ਹਾਂ, ਆਤਮਾ ਪ੍ਰਾਤਮਾ ਇੱਕ ਹੋ ਜਾਂਦੀ। ਉਸ ਵਸਤਾ ਨੂੰ ਸਾਧ ਸੰਗਤ ਕਿਹਾ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਾਹਿਲ ਕੀ ਬੇਲਾ, ਹੀਆਂ ਖਾੜ ਚਲੋ ਹਰ ਲਾਹਾ, ਅੱਗੇ ਵਸਣ ਸੇ ਲਾ। ਉਹੀ ਤਾਂ ਅਵਸਥਾ ਹੈ ਭਾਈ ਪ੍ਰਾਪਤ ਕਰਨੀ ਆਪਾਂ। ਉਹੀ ਸਤਿਗੁਰ ਸਮਝਾਉਂਦੇ ਨੇ। ਨਾਨਕੇ ਵਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਇੱਕ ਹੋਣਾ ਆਪਾਂ। ਇਹ ਕਿਰਪਾ ਲੈਣੀ ਹੈ ਕੁਦਰਤ ਦੀ। ਆਪਾਂ ਸਤਿਗੁਰਾਂ ਦੇ ਵਚਨ ਲਈਏ, ਕਿਵੇਂ ਬੇਨਤੀਆਂ ਕਰਦੇ ਰਹੀਏ, ਕਿਵੇਂ ਗੁਰਬਾਣੀ ਨੂੰ ਵਿਚਾਰਦੇ ਰਹੀਏ। ਅਸੀਂ ਧਿਆਨ ਉਹਦੇ ਨਾਲ ਕਿਵੇਂ ਰੱਖੀਏ, ਸਾਡਾ ਧਿਆਨ ਉਹਦੇ ਨਾਲ ਟੁੱਟੇ ਨਾ। ਉਹਦੇ ਨਾਲ ਧਿਆਨ ਨਹੀਂ ਲਾਉਣਾ, ਸਾਡਾ ਨਾ ਧਿਆਨ ਟੁੱਟੇ, ਇਹ ਧਿਆਨ ਰੱਖਣਾ ਵਾ। ਉਹ ਤਾਂ ਸਾਰਿਆਂ ਦਾ ਹੀ ਧਿਆਨ ਰੱਖਦਾ ਵਾ, ਸਾਰਿਆਂ ਦਾ ਪਾਲਕ ਹੈ, ਸਰਵ ਵਿਆਪੀ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸੀ ਜਲ ਮੇ ਜਨ ਤੋਂ ਪਾਏ, ਤਿੰਨਾਂ ਵੀ ਰੋਜੀ ਦੇ। ਧਿਆਨ ਰੱਖਦਾ ਤੀਓਂ ਸਾਰਿਆਂ ਨੂੰ ਦੇ ਰਿਹਾ ਵਾ। ਆਪਾਂ ਸਤਿਗੁਰਾਂ ਦੇ ਵਚਨ ਲੈਂਦੇ ਹਾਂ ਪੰਜਵੇਂ ਪਾਤਸ਼ਾਹ ਦੇ। ਆਪਾਂ ਕਿਵੇਂ ਇਹ ਵਿਧੀ ਆਪਾਂ ਪ੍ਰਾਪਤ ਹੋਵੇ ਆਪਾਂ ਨੂੰ। ਆਪਾਂ ਇੱਕ ਹੋ ਕੇ ਰਹੀਏ। ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਥੋਪੇ ਸੁਆਮੀ, ਮਾਨਸ ਕੀ ਗਤ ਇਹੀ। ਮੇਰੇ ਮਨ ਸਤਿਗੁਰ ਸੇਵ, ਸੁਖ ਹੋਈ। ਜੋ ਇੱਛੋ ਸੋਈ ਫਲ ਪਾਵੋ, ਫਿਰ ਦੁਖ ਨਾ ਪਿਆਪੇ ਕੋਈ। ਰਹਾਉ ਕਾਚੇ ਭਾਂਡੇ ਸਾਜ ਨਿਵਾਜੇ, ਅੰਤਰ ਜੋਤ ਸਮਾਈ। ਜੈਸਾ ਲਿਖਤ ਲਿਖਿਆ ਤੁਰ ਕਰਤੇ, ਹਮ ਤੈਸੀ ਕਿਰਤ ਕਮਾਈ। ਮਨ ਤਨ ਥਾਪ ਕੀਆ ਸਭ ਆਪਣਾ, ਇਹੋ ਆਵਣ ਜਾਣਾ। ਜਿਨ ਦੀਆ ਸੋ ਚਿਤ ਨ ਆਵੈ, ਮੋਹਿ ਅੰਧ ਲਪਟਾਣਾ। ਜਿਨ ਕੀਆ ਸੋਈ ਪ੍ਰਭ ਜਾਣੇ, ਹਰ ਕਾ ਮਹਿਲ ਅਪਾਰਾ। ਭਗਤ ਕਰੀ ਹਰ ਕੇ ਗੁਣ ਗਾਵਾਂ, ਨਾਨਕ ਦਾਸ ਤੁਮਾਰਾ। ਸਤਿਗੁਰ ਸਮਝਾਉਂਦੇ ਆ ਭਾਈ ਰਾਮਕਲੀ ਮਹੱਲਾ ਪੰਜਵਾਂ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਬਾਣੀ ਗੁਣਾਂ ਦਾ ਜਸ ਕਰਦੀ ਹੈ, ਹੁਕਮ ਦਾ ਜਸ ਕਰਦੀ ਹੈ। ਹੁਕਮ ਬੁੱਝਣੇ ਜੀਵ ਆਇਆ ਵਾ। 84 ਲੱਖ ਚਿੰਨ ਕਿਹਨੂੰ ਸੰਭਾਲਿਆ, ਕਿਹਨੇ ਦੀ ਪਾਲਣਾ ਕੀਤੀ, ਉਹੀ ਤਾਂ ਆਏ ਦਰਸ਼ਨ ਕਰਨ ਆਇਆ। ਉਹ ਆਇਆ ਦੂਰੋਂ ਚੱਲ ਕੇ, ਤੱਕੀ ਤੋਂ ਸ਼ਰਨ ਆਏ ਜੀਓ। ਇਹ ਬੇਨਤੀਆਂ ਵਿਚਾਰ ਕਰਦੇ ਰਹਿਣਾ, ਗੁਰਸ਼ਬਦ ਨਾਲ ਜੁੜੇ ਰਹਿਣਾ, ਇਹੀ ਬੇਨਤੀਆਂ ਕਰਨੀਆਂ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਜਦੋਂ ਸਾਨੂੰ ਗਿਆਨ ਹੁੰਦਾ ਹੈ ਗੁਰੂ ਸ਼ਬਦ 'ਚੋਂ, ਤਾਂ ਸਾਨੂੰ ਸਾਫ਼ ਸਾਡਾ ਜੀਵਨ ਦਿਖਣ ਲੱਗ ਜਾਂਦਾ ਹੈ। ਇਹ ਮਨ ਆਰਸੀ ਕੋ ਗੁਰਮੁਖ ਵੇਖੇ। ਉਹ ਦੇਖ ਲੈਂਦੇ ਨੇ ਗੁਰਸਿੱਖ ਗੁਰਮੁਖ, ਆਪਦੀਆਂ ਕਮੀਆਂ ਨੂੰ ਜਾਣ ਲੈਂਦੇ ਨੇ। ਉਹ ਫਿਰ ਉਹ ਕੁਦਰਤ ਅੱਗੇ ਬੇਨਤੀ ਕਰਦੇ ਨੇ। ਉਹੀ ਆਪਾਂ ਕਰਨੀ ਹੈ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੇ ਸੁਆਮੀ, ਮਾਨਸ ਕੀ ਗਾਤੇ। ਇਹ ਮਿੱਟੀ ਸਰੀਰ ਐ, ਅਸੀਂ ਇਹਨੂੰ ਧੋਈ ਜਾਂਦੇ ਹਾਂ।
ਇਹਦਾ ਇੱਕ ਪਲੇਟਫਾਰਮ ਹੈ ਸਾਨੂੰ ਟ੍ਰੇਨ 'ਚ ਬੈਠਣ ਖਾਤਰ। ਜਿਵੇਂ ਟ੍ਰੇਨ 'ਚ ਬਹਿਨੇ ਆਪਾਂ ਪਲੇਟਫਾਰਮ ਤੋਂ ਬੜੇ ਸੁਖਾਲੇ ਬਹਿ ਜਾਂਦੇ ਹਾਂ, ਪਰ ਕਈ ਪਲੇਟਫਾਰਮ 'ਤੇ ਆ ਕੇ ਬਹਿ ਜਾਂਦੇ, ਟ੍ਰੇਨਾਂ ਨਿਕਲੀ ਜਾਂਦੀਆਂ ਨੇ। ਇਵੇਂ ਅਸੀਂ ਇਹ ਸਰੀਰ ਨਾਲ ਆ ਕੇ ਜੁੜ ਜਾਂਦੇ, ਸਾਰੀ ਦੁਨੀਆ 'ਚ ਹੀ ਐਂ ਜੁੜ ਜਾਂਦਾ ਹੈ। ਜਦੋਂ ਸਮਾਂ ਨਿਕਲ ਜਾਂਦਾ, ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚਿਓ ਆਣ। ਸਤਿਗੁਰ ਸਮਝਾਉਂਦੇ ਆ ਭਾਈ, ਇਹਦੀ ਗਤ ਕੀ ਹੈ? ਗਤੀ ਤਾਂ ਆਤਮਾ ਦੀ ਹੋਣੀ ਹੈ, ਗਤੀ ਹੁੰਦੀ ਹੈ ਗਿਆਨ। ਜਦੋਂ ਗੁਰ ਸ਼ਬਦ ਨਾਲ ਕੋਈ ਵੀ ਗੁਰਸਿੱਖ ਆਤਮਾ ਲੱਗਦੀ ਹੈ, ਸੰਗਤ ਲੱਗਦੀ ਹੈ, ਉਹਨੂੰ ਗਿਆਨ ਸ਼ੁਰੂ ਹੁੰਦਾ ਹੈ। ਗਿਆਨ ਨਾਲ ਉਹ ਦੋ ਪਦਾਰਥ ਪ੍ਰਾਪਤ ਕਰ ਲੈਂਦਾ, ਗਿਆਨ ਔਰ ਮੁਕਤੀ। ਮੁਕਤੀ ਤੋਂ ਭਾਵ ਸੰਤੋਖ, ਇਹ ਦੋ ਪਦਾਰਥ ਪ੍ਰਾਪਤ ਕਰ ਲੈਂਦਾ। ਗਿਆਨ 'ਚ ਐਡੀ ਤਾਕਤ ਹੈ। ਗੁਰ ਸ਼ਬਦ ਦੇ ਵਿੱਚ ਜੋ ਮੰਦਰ ਕੋ ਥਾਮੇ ਥੰਮਣ ਤੋਂ ਗੁਰ ਕਾ ਸ਼ਬਦ ਮਨੈ ਅਸਥੰਮਣ, ਮਨ ਨੂੰ ਖੜਾ ਦਿੰਦਾ, ਟਿਕਾ ਦਿੰਦਾ ਵਾ। ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ। ਇਹੀ ਤਾਂ ਵਿਧੀ ਹੈ ਮਨ ਨੂੰ ਟਿਕਾਉਣ ਦੀ। ਮਨ ਵਸਾਵੇ ਨਾਨਕਾ ਪੂਰਨ ਕਿਰਪਾ ਹੋਏ। ਪੂਰਨ ਕਿਰਪਾ ਲੈਣੀ ਹੈ ਭਾਈ ਆਪਾਂ। ਅੱਗੇ ਸਤਿਗੁਰ ਸਮਝਾਉਂਦੇ ਨੇ, ਮੇਰੇ ਮਨ ਸਤਿਗੁਰ ਸੇਵ ਸੁਖ ਹੋਈ, ਜੋ ਇੱਛੇ ਸੋਈ ਫਲ ਪਾਵੋ, ਫਿਰ ਦੁੱਖ ਨਾ ਵਿਆਪੇ ਕੋਈ। ਬੁੱਧੀ ਮਨ ਨੂੰ ਸਮਝਾਉਂਦੀ ਹੈ, ਬੁੱਧੀ ਗਿਆਨਮਾਨ ਹੋ ਜਾਂਦੀ ਹੈ। ਮਨ ਬੁੱਧੀ ਗਿਆਨਮਾਨ ਹੋ ਜਾਂਦੇ ਨੇ ਗੁਰ ਸ਼ਬਦ ਦੇ ਗਿਆਨ ਨਾਲ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਹੈ ਕਰਤ ਨਾ ਲਾਗੀ ਵਾਰ। ਐਸਾ ਗੁਰ ਸ਼ਬਦ ਦਾ ਗਿਆਨ ਹੈ, ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੈ। ਕਿੱਡਾ ਵੀ ਬੁਰਾ ਮਨੁੱਖ ਹੋਵੇ, ਉਹਦੀਆਂ ਬੁਰਾਈਆਂ ਦੂਰ ਹੋ ਜਾਂਦੀਆਂ ਨੇ। ਮੇਰੇ ਮਨ ਸਤਿਗੁਰ ਸੇਵ ਸੁਖ ਹੋਈ, ਜੋ ਇੱਛੇ ਸੋਈ ਫਲ ਪਾਵੋ, ਫਿਰ ਦੁੱਖ ਨਾ ਪਿਆਪੇ ਕੋਈ। ਦੁੱਖ ਸਾਗਰ ਹੈ ਸੰਸਾਰ, ਮ੍ਰਿਤ ਲੋਕ ਹੈ, ਇੱਥੋਂ ਆਤਮਾ ਪਾਰ ਨਿਕਲ ਜਾਂਦੀ ਹੈ। ਪਾਰ ਅਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਜਪਜੀ ਸਾਹਿਬ ਸਤਿਗੁਰਾਂ ਦੇ ਬਚਨ ਨੇ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਬਾਣੀ ਸਾਨੂੰ ਦੁੱਖ ਸਾਗਰ ਚੋਂ ਕੱਢ ਕੇ ਸੁੱਖ ਸਾਗਰ ਲੈ ਜਾਂਦੀ ਹੈ। ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਰਹਾਓ, ਕਾਚੇ ਭਾਂਡੇ ਸਾਜ ਨਿਵਾਜੇ, ਅੰਤਰ ਜੋਤ ਸਮਾਈ। ਸਤਿਗੁਰ ਸਮਝਾਉਂਦੇ ਨੇ ਭਾਈ, ਇਹ ਸਰੀਰ ਕੱਚੇ ਭਾਂਡੇ ਦੀ ਤਰ੍ਹਾਂ ਵਾ, ਕਿਹੜੇ ਵੇਲੇ ਹੁਕਮ ਆ ਜਾਏ ਆਪਾਂ ਨੂੰ ਕੀ ਪਤਾ। ਰਾਜਾ ਪ੍ਰਜਾ ਸਮ ਕਰ ਮਾਰੇ, ਐਸੋ ਕਾਲ ਬਡਾਨੀ ਰੇ। ਕਾਲ ਨੇ ਤਾਂ ਬਖਸ਼ਣਾ ਨਹੀਂ ਭਾਈ, ਚਾਹੇ ਰਾਜਾ ਹੋਈਏ ਚਾਹੇ ਗਰੀਬ ਹੋਈਏ, ਗੁਰਮਤਿ ਅਨੁਸਾਰ ਕਾਲ ਤਾਂ ਬਖਸ਼ਦਾ ਨਹੀਂ ਹੈਗਾ। ਉਹੀ ਤਾਂ ਗੁਰੂ ਸਮਝਾ ਰਹੇ ਨੇ ਵੀ ਭਾਈ, ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚੀ। ਹੁਣ ਜਾਨੂੰ ਸਮਾਂ ਨਿਕਲ ਜਾਣਾ, ਕਾਲ ਨੇ ਆ ਜਾਣਾ। ਬਾਣੀ ਸਾਨੂੰ ਪਹਿਲਾਂ ਮੌਤ ਤੋਂ ਮੁਕਤ ਕਰਦੀ ਹੈ। ਜਿਹੜਾ ਜੰਮਣਾ ਮਰਨਾ ਉਹ ਕੱਟਦੀ ਹੈ। ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ। ਰੋਜ਼ ਅਸੀਂ ਵਿਚਾਰਦੇ ਹਾਂ, ਪੜ੍ਹਦੇ ਵੀ ਹਾਂ। ਹਲੇ ਜਨਮ ਮਰਨ ਸਾਡਾ ਮਿਟਿਆ ਨਹੀਂ ਹੈਗਾ, ਭਗਤ ਅਸੀਂ ਫਿਰ ਬਣ ਜਾਂਦੇ ਹਾਂ। ਸਾਰੀਆਂ ਡਿਗਰੀਆਂ ਅਸੀਂ ਪ੍ਰਾਪਤ ਕਰ ਲੈਂਦੇ ਸਰੀਰ ਕਰਕੇ, ਭੇਖ ਕਰਕੇ। ਭੇਖ ਨੂੰ ਬਾਣੀ ਨਹੀਂ ਮੰਨਦੀ। ਭੇਖ ਅਨੇਕ ਅਗਨ ਨਹੀਂ ਬੂਝੇ, ਕੋਟ ਉਪਾ ਦਰਗਹਿ ਨਹੀਂ ਸਿੱਝੇ। ਭੇਖ ਨਾ ਦਰਗਾਹ ਦੀ ਸੋਝੀ ਭਾਈ ਥੋੜ੍ਹੀ ਹੋ ਜਾਣੀ, ਆਪਦੇ ਮੂਲ ਦਾ ਦਰਸ਼ਨ ਥੋੜ੍ਹੀ ਹੋ ਜਾਣਾ। ਹੰਕਾਰ ਜ਼ਰੂਰ ਪੈਦਾ ਹੋ ਜਾਂਦਾ ਵਾ। ਕਿ ਸਤਿਗੁਰ ਕੀ ਸਮਝਾਉਂਦੇ, ਜੈਸਾ ਲਿਖਤ ਲਿਖਿਆ ਤੁਰ ਕਰਤੇ ਹਮ ਤੈਸੀ ਕਿਰਤ ਕਮਾਈ। ਜਦੋਂ ਇਹ ਜੀਵ ਦੇਵਲੋਕ ਚੋਂ ਆਉਂਦਾ ਹੈ, ਭਾਵ ਹੁਕਮ ਹੁੰਦਾ ਹੈ, ਫਿਰ ਇਹਨੂੰ ਗਰਭ 'ਚ ਪਾਇਆ ਜਾਂਦਾ। ਉਹਨੂੰ ਦੁਆਪਰ ਕਹਿੰਦੇ ਨੇ। ਦੁਆਪਰ ਤੋਂ ਬਾਅਦ ਫਿਰ ਇਹ ਕਲਯੁਗ ਹੈ, ਜੋ ਜਨਮ ਲੈਂਦਾ ਦੀ ਕਲਪਨਾ ਸ਼ੁਰੂ ਹੁੰਦੀ ਹੈ, ਰੋਂਦਾ ਵਾ। ਆਇਆ ਤਾਂ ਇਹ ਨਾਮ ਦੀ ਖਾਤਰ ਹੀ ਹੈ। ਆਇਆ ਦੂਰੋਂ ਚੱਲ ਕੇ ਤੱਕੀ ਤੋਂ ਸ਼ਰਨ ਆਏ ਜੀ। ਉਹਦੀ ਸ਼ਰਨ ਜਾਣਾ ਰਾਮ ਦੀ ਰਾਮ ਅਤੇ ਉਹਦੀ ਪ੍ਰਾਪਤੀ ਕਰਨੀ ਹੈ, ਪਰ ਇੱਥੇ ਆ ਕੇ ਭੁੱਲ ਜਾਂਦਾ ਵਾ। ਜਿਹੜੇ ਗੁਰਸਿੱਖ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਦੇ ਨੇ, ਜਿਹੜੇ ਪਰਿਵਾਰਾਂ 'ਤੇ ਕਿਰਪਾ ਹੋ ਜਾਂਦੀ ਹੈ, ਬਚਪਨ 'ਚ ਹੀ ਉਹਨਾਂ ਨੂੰ ਇਹ ਰਸਤਾ ਮਿਲ ਜਾਂਦਾ ਹੈ, ਉਹ ਆਪਦੇ ਜਿਵੇਂ ਲਿਖ ਖਾ ਕੇ ਆਉਂਦੇ ਨੇ ਉਵੇਂ ਵਾਪਸ ਚਲੇ ਜਾਂਦੇ ਨੇ ਕਰਕੇ ਕਮਾਈ ਭਾਈ। ਇਹੀ ਤਾਂ ਆਪਾਂ ਕਰਨੀ ਹੈ, ਪਰ ਆਪਾਂ ਗੁਰੂ ਭਗਤਾਂ ਦਾ ਓਟ ਆਸਰਾ ਲੈਣਾ, ਫਿਰ ਆਪਾਂ ਨੂੰ ਸਮਝ ਆਊਗੀ। ਵਿਧੀ ਸਮਝਣੀ ਆਪਾਂ, ਇਹ ਵਿਧੀ ਹੈ ਗਿਆਨ। ਗਿਆਨ ਕਾ ਬੱਧਾ ਮਨ ਰਹੇ। ਜੈਸੀ ਲਿਖਤ ਲਿਖਿਆ ਤੁਰ ਕਰਤੇ ਹਮ ਤੈਸੀ ਕਿਰਤ ਕਮਾਈ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਮਨ ਤਨ ਥਾਪ ਕੀਆ ਸਭ ਆਪਣਾ, ਇਹੋ ਆਵਣ ਜਾਣਾ। ਇਹ ਮਨ ਬੁੱਧੀ ਨੂੰ ਸਰੀਰ 'ਚ ਥਾਪਤਾ ਮਿੱਟੀ 'ਚ ਭਾਈ, ਤਾਂ ਆਉਣਾ ਜਾਣਾ ਸੰਸਾਰ। ਆਵਾ ਗਵਣ ਮਿਟੇ ਪ੍ਰਭ ਸੇਵ। ਆਉਣਾ ਜਾਣਾ ਕਿਵੇਂ ਮਿਟੂ ਸਾਡਾ? ਪ੍ਰਭ ਸੇਵ। ਪ੍ਰਭ ਦੀ ਸੇਵ ਕੀ ਹੈ? ਹੁਕਮ ਨੂੰ ਵਿਚਾਰਨਾ, ਭਾਣੇ 'ਚ ਰਹਿਣਾ, ਜੋ ਦਿੱਤਾ ਕੁਦਰਤ ਨੇ ਉਹਨੂੰ ਸਤ ਕਰਕੇ ਮੰਨਣਾ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ। ਇਹੀ ਤਾਂ ਵਿਧੀ ਹੈ ਭਾਈ। ਫਿਰ ਹੀ ਇੱਕ ਹੋ ਕੇ ਰਹਾਂਗੇ। ਜੇ ਅਸੀਂ ਹੁਕਮ ਦਾ ਵਿਰੋਧ ਕਰਦੇ ਰਹੇ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ, ਫਿਰ ਬਹੁਰ ਬਹੁਰ ਜਨਮ ਲੈਣੇ ਪੈਣਗੇ। ਸੰਤ ਭਾਵ ਬਾਣੀ ਦਾ ਹੁਕਮ ਦਾ ਵਿਰੋਧ ਕਰਦੇ ਰਹਾਂਗੇ। ਸੰਸਾਰੀ ਸੰਤਾਂ ਦੀ ਗੱਲ ਨਹੀਂ ਹੈਗੀ ਇਹ। ਹੁਕਮ ਦਾ ਵਿਰੋਧ ਕਰਨਾ ਹੀ ਪਾਪ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਜਿਨ ਦੀਆ ਸੋ ਚਿੱਤ ਨਾ ਆਵੇ, ਮੋਹ ਅੰਦਰ ਲਪਟਾਣਾ। ਜਿਹਨੇ ਦਿੱਤਾ ਸਾਨੂੰ ਸਾਰਾ ਕੁਛ, ਉਹਨੂੰ ਅਸੀਂ ਭੁੱਲ ਗਏ, ਮੋਹ ਨਾਲ ਲਿਪਟੇ ਹੋਏ ਹਾਂ। ਮੋਹ ਦੇ ਰਿਸ਼ਤੇ ਨੇ ਸਾਡੇ, ਇਹੀ ਤਾਂ ਕਾਲ ਹੈ। ਜਿਨ ਕੀਆ ਸੋਈ ਪ੍ਰਭ ਜਾਣੇ, ਹਰ ਕਾ ਮਹਿਲ ਉਪਾਰ। ਜਿਹਨੇ ਸ੍ਰਿਸ਼ਟੀ ਬਣਾਈ ਹੈ ਉਹ ਪਾਰ ਹੈ ਭਾਈ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਉੱਥੇ ਆਤਮਾ ਨੇ ਜਾਣਾ, ਮਨ ਬੁੱਧੀ ਨੇ ਜਾਣਾ, ਸਰੀਰ ਨਹੀਂ ਜਾਂਦਾ। ਜਿੱਥੇ ਲੇਖਾ ਮੰਗੀਏ ਤਿੱਥੇ ਦੇ ਜਾਤ ਨਾ ਜਾ, ਉੱਥੇ ਕੋਈ ਨਹੀਂ ਜਾਂਦਾ ਭਾਈ।
ਉਹੀ ਤਾਂ ਕਿਰਪਾ ਲੈਣੀ ਸੀ ਆਪਾਂ ਸਰੀਰ 'ਚ ਰਹਿੰਦੇ ਰਹਿੰਦੇ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਦਾ ਕਿੰਨੇ ਹੋਰ ਨਿਕਲ ਜਾਂਦੇ ਨੇ ਗੁਰਸਿੱਖਾਂ ਨਾਲ। ਆਓ ਆਪਾਂ ਵੀ ਉਹ ਗੁਰਸਿੱਖਾਂ ਨਾਲ ਮਿਲ ਕੇ ਗੁਰ ਸ਼ਬਦ ਵਿਚਾਰ 'ਚ ਲੱਗੀਏ, ਵਿਧੀ ਬਣਾਈਏ। ਆਪਾਂ ਵੀ ਇਹ ਪ੍ਰਾਪਤੀ ਕਰੀਏ, ਇੱਕ ਮਨ ਹੋ ਕੇ ਰਹੀਏ, ਉਹਦੇ ਭਾਣੇ 'ਚ ਰਹੀਏ। ਹਰ ਕਾ ਮਹਿਲ ਉਪਾਰਾ, ਭਗਤ ਕਰੀ ਹਰ ਕੇ ਗੁਣ ਗਾਵਾਂ, ਨਾਨਕ ਦਾਸ ਤੁਮਾਰਾ। ਸਤਿਗੁਰ ਸਮਝਾਉਂਦੇ ਭਗਤੀ ਹੈ ਭਾਈ, ਹਾਥ ਪਾਉ ਕਾਮ ਕਰ ਸਭ ਚੀਤ ਨਿਰੰਜਨ। ਨਾਲ ਕੰਮਕਾਰ ਕਰਦੇ ਵੀ ਤੁਸੀਂ ਕਰ ਸਕਦੇ ਹੋ। ਬਾਣੀ ਨੂੰ ਸਤ ਕਰਕੇ ਮੰਨਣਾ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ। ਗੁਰ ਸਿੱਖੋ ਕਰਤਾ ਮੁਖੋਂ ਆਪ ਕਢਾਵੇ। ਕਰਤੇ ਪੁਰਖ ਦੀ ਬਾਣੀ ਹੈ ਭਾਈ, ਇਹ ਹੁਕਮ ਦਾ ਜਸ ਹੈ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਸ ਕਰਨਾ ਸੋ ਕਰ ਰਿਹਾ। ਹੁਕਮ ਦਾ ਵਿਰੋਧ ਕਰਨਾ ਹੈ ਪਾਪ ਹੈ। ਜਿਵੇਂ ਟ੍ਰੇਨ 'ਚ ਬਹਿ ਜਾਂਦੇ, ਆਪਣਾ ਸਫ਼ਰ ਸ਼ੁਰੂ ਹੋ ਜਾਂਦਾ। ਜੇ ਟ੍ਰੇਨ ਦੇ ਅੱਗੇ ਖੜ੍ਹਦੇ ਆ ਭਾਈ, ਮੌਤ ਹੈ। ਉਹ ਤਾਂ ਹੁਕਮ ਤਾਂ ਫਿਰ ਟ੍ਰੇਨ ਹੈ। ਜੇ ਹੁਕਮ ਦਾ ਵਿਰੋਧ ਕਰਾਂਗੇ ਫਿਰ ਮੌਤ ਹੈ, ਕਾਲ ਹੈ, ਕੋਈ ਨਹੀਂ ਬਚਾ ਸਕਦਾ। ਉਹੀ ਸਤਿਗੁਰ ਸਮਝਾਉਂਦੇ ਨੇ, ਇਹੀ ਭਗਤੀ ਕਰਨੀ ਹੈ ਭਾਈ। ਸਤਿਗੁਰ ਵੀ ਉਹੀ ਸਮਝਾ ਰਹੇ ਨੇ। ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ। ਜਿਵੇਂ ਕੁੱਤਾ ਆਪਦੇ ਮਾਲਕ ਦਾ ਘਰ ਨਹੀਂ ਛੱਡਦਾ, ਇਵੇਂ ਆਪਾਂ ਉਹ ਬਾਲਕ ਖਸਮ ਪਰਮੇਸ਼ਰ ਦੇ ਚਰਨਾਂ 'ਚ ਪਹੁੰਚਣਾ ਵਾ। ਖਸਮ ਛੋੜ ਦੂਜੇ ਲੱਗੇ, ਡੁੱਬੇ ਸੇ ਬਣ ਜਾ ਰਹੇ। ਉਹ ਡੁੱਬ ਗਏ ਜਿਹੜੇ ਕੁਦਰਤ ਨੂੰ ਛੱਡ ਕੇ, ਜਿਹੜੇ ਆਪ ਵੱਡੇ ਬਣਨ ਲੱਗ ਗਏ, ਇਹ ਸੰਸਾਰ 'ਚ ਡੁੱਬ ਗਏ। ਸੁਖਮਨੀ ਸਾਹਿਬ ਸਤਿਗੁਰਾਂ ਨੇ ਸਮਝਾਇਆ, ਗੁਰ ਕੀ ਮਹਤੂ ਲਿਹੋ ਆਣੇ, ਭਗਤੀ ਬਿਨਾ ਬੈ ਡੁੱਬੇ ਸਿਆਣੇ। ਜਿਹੜੇ ਡੁੱਬ ਗਏ ਅਸੀਂ ਉੱਧਰ ਨੂੰ ਜਾਂਦੇ ਹਾਂ, ਕਿਉਂਕਿ ਥੱਲੇ ਨੂੰ ਜਿਹੜਾ ਪਾਣੀ ਜਾਂਦਾ ਸੁਖਾਲਾ ਚਲੇ ਜਾਂਦਾ ਨੇ। ਇਹ ਔਖੀ ਘਾਟੀ ਹੈ ਭਾਈ। ਕਹੋ ਨਾਨਕ ਇਹ ਖੇਲ ਕਠਨ ਹੈ। ਕਠਨ ਤਾਂ ਹੈ, ਪਰ ਗੁਰੂ ਕਿਰਪਾ ਕਰਦਾ ਭਾਈ। ਕਿਰਪਾ ਕਰਦਾ ਤਾਂ ਉਹਦੇ ਪੌੜੀ ਚੜ੍ਹਦਾ ਹੈ ਜੀਵ। ਕੋਈ ਸਤਿਗੁਰ ਸਮਝਾਉਂਦੇ ਨੇ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਇੱਕ ਹੋਣਾ ਹੈ ਭਾਈ, ਇੱਕ ਤਾਂ ਹੋਵਾਂਗੇ ਗੁਰ ਸ਼ਬਦ 'ਚੋਂ ਗਿਆਨ ਹੋਊ, ਫਿਰ ਮਨ ਟਿਕੂ, ਦੂਜੀ ਪ੍ਰਾਪਤੀ ਹੋਊਗੀ ਮੁਕਤੀ। ਫਿਰ ਤੀਜੀ ਸਾਡੀ ਨਾਮ ਦੀ ਭਗਤੀ ਸ਼ੁਰੂ ਹੋ ਜਾਊਗੀ। ਨਾਮ ਦੀ ਦੇਵਲੋਕ ਸ਼ੁਰੂ ਹੁੰਦੀ। ਉਹਨੂੰ ਦੇਵਲੋਕ ਅਵਸਥਾ ਦਾ ਨਾਮ ਆ। ਉੱਥੇ ਕਲਪਨਾ ਨਹੀਂ ਹੁੰਦੀ, ਉਹ ਸਹਿਜ ਦੁਨੀਆ ਮਾਂ, ਉਹ ਅਤਰੀਬ ਦੁਨੀਆ ਮਾਂ, ਅੱਖਾਂ ਕੰਨਾਂ ਦਾ ਵਿਸ਼ਾ ਨਹੀਂ। ਉੱਥੇ ਪਹੁੰਚਣਾ। ਉਹੀ ਭਗਤ ਕਬੀਰ ਜੀ ਸਮਝਾਉਂਦੇ ਆਪਾਂ ਨੂੰ, ਮੋਹੇ ਮਰਨੇ ਕਾ ਚਾਉ ਹੈ, ਮਰੂ ਤੋ ਹਰ ਕੇ ਦੁਆਰ। ਹਰ ਦੇ ਦੁਆਰ ਪਹੁੰਚਣਾ ਭਾਈ ਆਪਾਂ। ਹਰ ਬਿਸਰਤ ਤੇਰੇ ਗੁਣ ਗਲਿਆ, ਗੁਣ ਗਲ ਗਏ। ਨਿਰਭਉ ਹੈ ਨਹੀਂ, ਨਿਰਵੈਰ ਹੈ ਨਹੀਂ, ਕਾਲ ਤੋਂ ਮੁਕਤ ਨਹੀਂ। ਜੂਨੀ ਸਰੀਰ 'ਚ ਆ ਗਿਆ, ਫਿਰ ਵੀ ਆਪਦੇ ਆਪ ਨੂੰ ਭਗਤ ਮੰਨੀ ਬੈਠਾ। ਹਰ ਬਿਸਰਤ ਸਦਾ ਖੁਆਰੀ, ਖੁਆਰੀ ਇਹਦੀ ਫਿਰ ਵੀ ਨਹੀਂ ਸਮਝਦਾ। ਕਿਵੇਂ ਸਮਝ ਆਊਗੀ ਗੁਰ ਸ਼ਬਦ ਦੇ ਗਿਆਨ ਨਾਲ, ਜੇ ਬਾਣੀ ਨੂੰ ਸੁਣਾਂਗੇ। ਸਤਿਗੁਰਾਂ ਦੇ ਵਚਨ ਲੈਣੇ, ਆਇਆ ਸੁਣ ਪੜ੍ਹਨ ਕੋ ਬਾਣੀ, ਨਾ ਵਿਸਾਰ ਲਗ ਲਾਲਚ ਬਿਰਥਾ ਜਨਮ ਪ੍ਰਾਣੀ। ਅਸੀਂ ਨਾ ਭੁੱਲ ਗਏ, ਮਾਇਆ ਨੇ ਭੁਲਾਤਾ ਰਿਸ਼ਤਿਆਂ ਨੇ। ਆਓ ਸਾਰੇ ਮਿਲ ਕੇ ਫਿਰ ਨਾਮ ਦੀ ਪ੍ਰਾਪਤੀ ਕਰੀਏ। ਇਹੀ ਅਰਦਾਸ ਕਰੀਏ, ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖੀ, ਉਤਰੇ ਮਨ ਕੀ ਭੁੱਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।